ਲਾਸਟ ਜੋ ਆਪਾਂ ਸਟੱਡੀ ਕੀਤਾ ਸੀ ਯੂਨਰੀ ਆਪਰੇਟਰ, ਆਪਾਂ ਉੱਥੋਂ ਹੀ ਕੰਟੀਨਿਊ ਕਰਾਂਗੇ। ਠੀਕ ਹੈ, ਯੂਨਰੀ ਆਪਰੇਟਰ ਦਾ ਮਤਲਬ ਕੀ ਸੀਗਾ ਕਿ ਆਪਾਂ ਪਲੱਸ ਜਿਹੜਾ ਹੈ ਉਹਦੇ ਨੂੰ ਆਪਾਂ ਓਵਰਲੋਡ ਕੀਤਾ ਸੀ ਕਿ ਤੁਸੀਂ ਵੈਲਿਊ ਜਿਹੜੀ ਹੈ ਸਿੰਪਲ ਇੰਟੀਜਰ ਵੈਲਿਊ ਨੂੰ ਆਪਾਂ ਪਲੱਸ ਕਰ ਸਕਦੇ ਸੀਗੇ। ਮੰਨ ਲਓ i ਦੀ ਵੈਲਿਊ = 10 ਹੈ ਅਤੇ ਤੁਸੀਂ ਅਗਰ ਪਲੱਸ i ਕਰਦੇ ਹੋ ਤੇ i ਦੀ ਵੈਲਿਊ ਜਿਹੜੀ ਆ ਉਹ 11 ਹੋ ਜਾਂਦੀ, ਮਤਲਬ ਉਹਦੀ ਵੈਲਿਊ ਜਿਹੜੀ 1 ਇੰਕਰੀਮੈਂਟ ਹੋ ਜਾਂਦੀ, ਉਹਨੂੰ ਆਪਾਂ ਕਹਿੰਦੇ ਯੂਨਰੀ ਆਪਰੇਟਰਸ। ਠੀਕ ਹੈ, ਬਟ ਇੱਥੇ ਸਿਚੁਏਸ਼ਨ ਕੀ ਹੈ ਜਾਂ ਕੰਡੀਸ਼ਨ ਕੀ ਹੈ ਕਿ ਦਿਸ i ਸ਼ੁੱਡ ਬੀ ਐਨ ਇੰਟੀਜਰ। ਠੀਕ ਹੈ, ਵੀ i ਤੁਹਾਡਾ ਜਿਹੜਾ ਇੰਟੀਜਰ ਹੋਣਾ ਚਾਹੀਦਾ, ਨੋ ਕੋਈ ਮੈਥਮੈਟੀਕਲ ਵੈਲਿਊ ਹੋਣੀ ਚਾਹੀਦੀ, ਨਿਊਮੈਰਿਕ ਵੈਲਿਊ ਹੋਣੀ ਚਾਹੀਦੀ। ਹੁਣ ਸਾਡੀ ਇੱਥੇ ਕੀ ਕੋਸ਼ਿਸ਼ ਹੈ ਸੀ ਕਿ ਅਸੀਂ ਕਰਨਾ ਚਾਹੁੰਦੇ ਪਲੱਸ ਆਬਜੈਕਟ, ਯਾਨੀ ਕਿ ਅਸੀਂ ਆਬਜੈਕਟ ਨੂੰ ਸਿੱਧਾ ਕਰਨਾ ਚਾਹੁੰਦੇ ਪਲੱਸ, ਬਟ ਆਬਜੈਕਟ ਇਜ਼ ਅ ਯੂਜ਼ਰ ਡਿਫਾਈਨਡ ਡਾਟਾ ਟਾਈਪ। ਠੀਕ ਹੈ, ਇਹ ਯੂਜ਼ਰ ਡਿਫਾਈਨਡ ਡਾਟਾ ਟਾਈਪ ਹੈ। यूज़र डिफाइंड डेटा टाइप का ऑब्जेक्ट वेरिएबल है। ठीक है, यूज़र डिफाइंड डेटा टाइप का वेरिएबल है, इट्स अ वेरिएबल ऑफ यूज़र डिफाइंड डेटा टाइप। सो आप ये उत्ते डायरेक्टली प्लस नहीं कर सकते, बट वी वॉन्ट दैट दिस एडिशनल प्रॉपर्टी शुड बी फुलफिल्ड बाय दिस यूनरी ऑपरेटर। सो इन दैट केस वी कैन यूज़ ऑपरेटर ओवरलोडिंग। ठीक है, सो ऑपरेटर ओवरलोडिंग ਲਈ ਅਸੀਂ ਸਿੰਟੈਕਸ ਪੜ੍ਹਿਆ ਸੀ ਕਿ ਆਪਰੇਟਰ ਨਾਮ ਦਾ ਇੱਕ ਸਪੈਸ਼ਲ ਫੰਕਸ਼ਨ ਹੁੰਦਾ ਹੈ, ਉਹਦੇ ਅੱਗੇ ਹੈਸ਼ ਲਗਾਉਣੇ, ਹੈਸ਼ ਦਾ ਮਤਲਬ ਪਲੱਸ ਮਾਈਨਸ ਜਿਹੜਾ ਵੀ ਤੁਸੀਂ ਆਪਰੇਟਰ ਨੂੰ ਓਵਰਲੋਡ ਕਰਨਾ ਹੈ ਉਸ ਤੋਂ ਉਹਦੇ ਆਰਗੂਮੈਂਟਸ ਅਤੇ ਉਹਦੀ ਬੋਡੀ 'ਚ ਤੁਸੀਂ ਆਪਰੇਸ਼ਨਸ ਕਰਨੇ ਹੁੰਦੇ, ਅਤੇ ਇੱਥੇ ਤੁਹਾਡੀ ਆਉਂਦੀ ਸੀ ਰਿਟਰਨ ਟਾਈਪ। ਠੀਕ ਹੈ, ਇਟਸ ਅ ਸਪੈਸ਼ਲ ਮੈਂਬਰ ਫੰਕਸ਼ਨ ਯਾਨੀ ਕਿ ਇਹਨੂੰ ਤੁਸੀਂ ਕਲਾਸ ਦੇ ਅੰਦਰ ਜਿਹੜਾ ਹੈ ਡਿਕਲੇਅਰ ਕਰਦੇ ਹੋ, ਯੂਜ਼ ਕਰਦੇ ਹੋ। ਅਸੀਂ ਇੱਕ ਸਿੰਪਲ ਜਿਹਾ ਪ੍ਰੋਗਰਾਮ ਬਣਾਇਆ ਸੀ, ਕਲਾਸ A ਲੈ ਲਈ। ਠੀਕ ਹੈ, ਉਹਦੀ ਇੱਕ ਵੈਲਿਊ ਲੈ ਲਈ। ਹੁਣ ਐਕਚੁਅਲ 'ਚ ਮੈਂ ਕੀ ਚਾਹੁੰਦਾ ਕਿ A ਦਾ ਜਿਹੜਾ ਆਹ ਵਾਲਾ ਵੇਰੀਏਬਲ ਹੈ ਦਿਸ ਸ਼ੁੱਡ ਬੀ ਆਟੋਮੈਟਿਕਲੀ ਇਨਕਰੀਮੈਂਟਡ। ਇਹ ਆਟੋਮੈਟਿਕਲੀ ਇਨਕਰੀਮੈਂਟ ਹੋਵੇ ਜਦੋਂ ਅਸੀਂ ਆਹ ਚੀਜ਼ ਲਿਖੀਏ ਪਲੱਸ ਆਬਜੈਕਟ ਲਿਖੀਏ। ਠੀਕ ਹੈ, ਸੋ ਇਹਦੇ ਲਈ ਅਸੀਂ ਕੀ ਕੀਤਾ, ਇਹਦੇ ਵਾਸਤੇ ਅਸੀਂ ਆਹ ਵਾਲਾ ਆਪਰੇਟਰ ਫੰਕਸ਼ਨ ਲਗਾਇਆ। ਠੀਕ ਹੈ, ਹੁਣ ਆਪਾਂ ਸੀਕੁਐਂਸ 'ਚ ਪੜ੍ਹਦੇ ਹਾਂ। ਪਹਿਲਾਂ ਕਲਾਸ A ਲੈ ਲਈ, ਉਹਦਾ ਇੱਕ ਵੇਰੀਏਬਲ ਲੈ ਲਿਆ, ਇਹਨੂੰ ਆਪਾਂ ਡਿਫੋਲਟ ਇਨੀਸ਼ੀਅਲਾਈਜ਼ ਕਰਤਾ ਕਿ ਇਨੀਸ਼ੀਅਲ ਜਿਹੜੀ ਵੈਲਿਊ ਵੇਰੀਏਬਲ ਦੀ ਕੀ ਹੋਣੀ ਚਾਹੀਦੀ 0। ਠੀਕ ਹੈ, ਇਹਨੂੰ 0 ਕਰ ਸਕਦੇ, 10 ਕਰ ਸਕਦੇ, ਕੋਈ ਵੀ ਤੁਸੀਂ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਲਿਖਤਾ ਆਪਰੇਟਰ ਫੰਕਸ਼ਨ ਵੋਇਡ ਰਿਟਰਨ ਕੁਛ ਨਾ ਕਰੇ। ਆਪਰੇਟਰ ਇੱਕ ਸਪੈਸ਼ਲ ਕੀਵਰਡ ਹੈ। ਪਲੱਸ ਤੁਸੀਂ ਇਸ ਆਪਰੇਟਰ ਨੂੰ ਓਵਰਲੋਡ ਕਰਨਾ ਚਾਹੁੰਦੇ ਹੋ, ਵੈਲਿਊ ਆਪਾਂ ਕੋਈ ਪਾਸ ਨਹੀਂ ਕਰਨੀ। ਬ੍ਰੇਸਿਸ ਸਟਾਰਟ, ਇਹਦੇ ਵਿੱਚ ਆਪਾਂ ਵੈਲਿਊ ਨੂੰ +1 ਕਰਤਾ ਅਤੇ ਉਸੇ ਵੈਲਿਊ ਨੂੰ ਰਿਟਰਨ ਕਰਤਾ। ਠੀਕ ਹੈ, ਉਸ ਤੋਂ ਬਾਅਦ ਇੰਟ ਸ਼ੋ ਆ ਗਿਆ, ਸ਼ੋ ਦੇ ਵਿੱਚ ਆਪਾਂ ਰਿਟਰਨ ਕਰਤੀ ਸਿੰਪਲ ਵੈਲਿਊ। ਇੰਟ ਲਗਾਇਆ, ਇਸ ਕਰਕੇ ਰਿਟਰਨ ਟਾਈਪ ਜਿਹੜੀ ਹੈ ਇੰਟੀਜਰ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਆਪਾਂ ਮੇਨ ਫੰਕਸ਼ਨ 'ਚ ਆ ਕੇ ਕਲੀਅਰ ਸਕਰੀਨ ਲਗਾਤਾ, A ਦਾ ਆਬਜੈਕਟ ਲੈ ਲਿਆ। ਠੀਕ ਹੈ, ਆਬਜੈਕਟ ਡੋਟ ਸ਼ੋ, ਪਹਿਲਾਂ ਆਪਾਂ ਆਬਜੈਕਟ ਦੀ ਵੈਲਿਊ ਸ਼ੋ ਕੀਤੀ। ਹੁਣ ਜਿੱਦਾਂ ਹੀ ਇਹ ਆਬਜੈਕਟ ਕਾਲ ਹੋਇਆ ਉਸ ਟਾਈਮ ਤੁਹਾਡਾ ਜਿਹੜਾ ਹੈ, ਜਦੋਂ ਤੁਸੀਂ ਆਹ ਆਬਜੈਕਟ ਕਾਲ ਕੀਤਾ ਉਸ ਟਾਈਮ ਤੁਹਾਡਾ ਡਿਫੋਲਟ ਕੰਸਟਰਕਟਰ ਜਿਹੜਾ ਉਹ ਆਟੋਮੈਟਿਕਲੀ ਕਾਲ ਹੋ ਗਿਆ, ਯਾਨੀ ਕਿ ਤੁਹਾਡੇ ਵੈਲਿਊ ਦੀ VAL ਦੀ ਵੈਲਿਊ ਕਿੰਨੀ ਹੋਊਗੀ 0। ਸੋ ਇੱਥੇ ਇਨੀਸ਼ੀਅਲ ਵੈਲਿਊ ਆਫ ਵੇਰੀਏਬਲ ਕੀ ਆਊਗੀ 0। ਠੀਕ ਹੈ, ਉਸ ਤੋਂ ਤੁਸੀਂ ਪਲੱਸ ਆਬਜੈਕਟ ਕੀਤਾ। ਹੁਣ ਇਹਨੇ ਦੇਖਣਾ ਕਿ ਆਬਜੈਕਟ ਕੀ ਹੈ, ਯੂਜ਼ਰ ਡਿਫਾਈਨਡ ਡਾਟਾ ਟਾਈਪ, ਵੇਰੀਏਬਲ ਆਫ ਯੂਜ਼ਰ ਡਿਫਾਈਨਡ ਡਾਟਾ ਟਾਈਪ। ਇਟ ਮੀਨਸ ਕਿ ਅਗਰ ਤੁਸੀਂ ਆਪਰੇਟਰ ਓਵਰਲੋਡਿੰਗ ਕੀਤੀ ਹੈ ਤਾਂ ਇਹਨੇ ਐਗਜ਼ੀਕਿਊਟ ਹੋਣਾ, ਅਦਰਵਾਈਜ਼ ਨਹੀਂ ਹੋਣਾ। ਸੋ ਇਹਨੇ ਇੱਥੇ ਜਾ ਕੇ ਚੈੱਕ ਕਰਨਾ, ਆਪਰੇਟਰ ਨਾਮ ਦਾ ਇਹਨੂੰ ਫੰਕਸ਼ਨ ਮਿਲ ਜਾਣਾ। ਸੋ ਇਹ ਇਹਨੂੰ ਐਗਜ਼ੀਕਿਊਟ ਕਰ ਦਊਗਾ ਅਤੇ ਆਬਜੈਕਟ ਦੇ ਵੈਲਿਊ ਦੀ VAL ਦੀ ਜਿਹੜੀ ਵੈਲਿਊ ਹੈ ਉਹਨੂੰ +1 ਕਰਕੇ ਉਹਦੇ ਵਿੱਚ ਹੀ ਅਸਾਈਨ ਕਰ ਦਊਗਾ, ਯਾਨੀ ਕਿ 0 + 1 ਵੈਲਿਊ ਦੀ VAL ਦੀ ਹੁਣ ਵੈਲਿਊ ਕਿੰਨੀ ਹੋ ਗਈ 1। ਠੀਕ ਹੈ, ਉਸ ਤੋਂ ਬਾਅਦ ਤੁਸੀਂ ਵੈਲਿਊ ਆਫ ਵੇਰੀਏਬਲ ਹੁਣ ਦੁਬਾਰਾ ਚੈੱਕ ਕੀਤੀ, ਆਬਜੈਕਟ ਡੋਟ ਸ਼ੋ ਕੀਤਾ ਅਤੇ ਇਸ ਵੇਲੇ ਵੈਲ ਦੀ ਵੈਲਿਊ ਕਿੰਨੀ ਹੈ 1, ਉਹਨੂੰ ਉਹਨੇ ਰਿਟਰਨ ਕਰ ਦੇਣਾ, ਯਾਨੀ ਕਿ ਤੁਹਾਡਾ ਇੱਥੇ ਪ੍ਰਿੰਟ ਕੀ ਹੋ ਜਾਊਗਾ 1। ਠੀਕ ਹੈ, ਇਹ ਸੀਗਾ ਤੁਹਾਡਾ ਯੂਨਰੀ ਆਪਰੇਟਰ। ਠੀਕ ਹੈ, ਹੁਣ ਤੁਸੀਂ ਕਰਨਾ ਚਾਹੁੰਦੇ ਹੋ ਬਾਈਨਰੀ ਆਪਰੇਟਰ। ਬਾਈਨਰੀ ਆਪਰੇਟਰ ਮਤਲਬ ਮੈਂ ਇਹ ਚੀਜ਼ ਲਿਖਣਾ ਚਾਹੁੰਦਾ OBJ1 + OBJ2 ਕਿ OBJ1 ਅਤੇ 2 ਦੀ ਵੈਲਿਊ ਪਲੱਸ ਹੋ ਜਾਏ ਅਤੇ ਉਹ ਰਿਟਰਨ ਕੇ 'ਚ ਆ ਜਾਏ OBJ3 ਦੇ ਵਿੱਚ, ਯਾਨੀ ਕਿ OBJ1 ਅਤੇ OBJ2 ਦੀ ਜੋ ਵੀ ਵੈਲਿਊ ਹੈ, ਇੱਥੇ ਵੀ ਆਪਾਂ ਵੈਲ ਵੇਰੀਏਬਲ ਮੰਨ ਲਓ ਲੈ ਲੈਣੇ, ਇੱਥੇ ਵੀ ਵੈਲ ਵੇਰੀਏਬਲ ਲੈ ਲੈਣੇ। ਇਹਦੇ ਵੈਲ ਦੀ ਵੈਲਿਊ 10 ਹੈ, ਇਹਦੇ ਵੈਲ ਦੀ ਵੈਲਿਊ 20 ਹੈ, ਅਤੇ ਇਹਨਾਂ ਦੋਨਾਂ ਨੂੰ ਪਲੱਸ ਕਰਕੇ 20 + 30 ਜਿਹੜਾ OBJ3 ਦਾ ਵੈਲ ਹੈ ਉਹਦੇ ਵਿੱਚ ਕਿੰਨੀ ਵੈਲਿਊ ਆ ਜਾਵੇ 30। ਠੀਕ ਹੈ, ਮੇਰਾ ਆਹ ਜਿਹੜਾ ਮੋਟਿਵ ਹੈ। ਸੋ ਇਹਦੇ ਵਾਸਤੇ ਸਾਨੂੰ ਹੁਣ ਮੈਨੂੰ ਕੀ ਕਰਨਾ ਪਊਗਾ, ਮੈਨੂੰ ਪਲੱਸ ਨੂੰ ਆਪਰੇਟਰ ਓਵਰਲੋਡਿੰਗ ਕਰਨੀ ਪਊਗੀ, ਬਿਕੋਜ਼ ਤੁਸੀਂ ਆਪਰੇਟ ਕੀ ਕਰਨਾ ਚਾਹੁੰਦੇ ਹੋ ਆਹ ਵਾਲਾ ਪਲੱਸ। ਠੀਕ ਹੈ, ਇਸ ਪਲੱਸ ਨੂੰ ਤੁਸੀਂ ਮਤਲਬ ਇਸ ਪਲੱਸ ਨੂੰ ਤੁਸੀਂ ਐਡੀਸ਼ਨਲ ਫੰਕਸ਼ਨੈਲਿਟੀ ਦੇਣਾ ਚਾਹੁੰਦੇ ਹੋ। ਅਰਲੀਅਰ ਇਟ ਵਾਜ਼ ਓਨਲੀ ਐਡਿੰਗ 2 ਇੰਟੀਜਰਸ ਔਰ 2 ਫਲੋਟਸ, ਮਤਲਬ ਕੋਈ ਵੀ ਨਿਊਮੈਰਿਕ ਵੈਲਿਊਜ਼ ਨੂੰ ਉਹ ਐਡ ਕਰ ਰਿਹਾ ਸੀ, ਬਟ ਹੁਣ ਆਪਾਂ ਐਡ ਕੀ ਕਰਵਾਉਣਾ ਚਾਹੁੰਦੇ ਹਾਂ ਵੇਰੀਏਬਲ ਆਫ ਯੂਜ਼ਰ ਡਿਫਾਈਨਡ ਡਾਟਾ ਟਾਈਪਸ। ਸੋ ਇਨ ਦੈਟ ਕੇਸ ਵੀ ਨੀਡ ਟੂ ਓਵਰਲੋਡ ਦਿਸ ਪਰਟੀਕੂਲਰ ਆਪਰੇਟਰ। ਔਰ ਇਹ ਆਪਰੇਟਰ ਕੀ ਹੈ ਬਾਈਨਰੀ ਮਤਲਬ ਇਹ 2 ਵੈਲਿਊਜ਼ ਦੇ ਉੱਤੇ ਐਕਟ ਕਰਦਾ। ਠੀਕ ਹੈ, ਇਸ ਕਰਕੇ ਇਹਨੂੰ ਬਾਈਨਰੀ ਕਹਿੰਦੇ। ਇਸੇ ਤਰ੍ਹਾਂ
ਜਿੱਦਾਂ ਹੁਣ ਆਪਾਂ ਪਹਿਲਾਂ ਪਲੱਸ ਪਲੱਸ ਦੀ ਗੱਲ ਕੀਤੀ, ਇਸੇ ਤਰ੍ਹਾਂ ਤੁਸੀਂ ਮਾਈਨਸ ਮਾਈਨਸ ਨੂੰ ਵੀ ਓਵਰਲੋਡ ਕਰ ਸਕਦੇ ਹੋ। ਤੁਸੀਂ ਉਹ ਆਪਣੇ ਲਈ ਕੰਮ ਰੱਖ ਲਓ, ਉਹਦੇ ਸਿੰਪਲ ਕੋਈ ਫਰਕ ਨਹੀਂ ਪੈਣਾ। ਸਿਰਫ ਇੱਥੇ ਤੁਸੀਂ ਮਾਈਨਸ ਮਾਈਨਸ ਲਿਖਣਾ, ਇੱਥੇ ਤੁਸੀਂ ਮਾਈਨਸ ਲਗਾ ਦੇਣਾ, ਇੱਥੇ ਤੁਸੀਂ ਮਾਈਨਸ ਮਾਈਨਸ ਲਿਖ ਦੇਣਾ। ਇਹ ਤੁਹਾਡਾ ਐਜ਼ ਇਟ ਇਜ਼ ਪ੍ਰੋਗਰਾਮ ਜਿਹੜਾ ਉਹ 'ਚ ਕਨਵਰਟ ਹੋ ਜਾਊਗਾ। ਠੀਕ ਹੈ, ਇਹਦੇ ਵਿੱਚ ਵੈਸੇ ਇੱਕ ਫਰਦਰ ਡਿਟੇਲ ਹੁੰਦੀ ਹੈ ਪ੍ਰੀਫਿਕਸ ਤੇ ਪੋਸਟ ਫਿਕਸ ਦੀ। ਆਪਾਂ ਫਿਲਹਾਲ ਪ੍ਰੀਫਿਕਸ ਨੂੰ ਇੰਪਲੀਮੈਂਟ ਕੀਤਾ, ਪੋਸਟ ਫਿਕਸ ਨੂੰ ਇੰਪਲੀਮੈਂਟ ਕਰਨ ਦਾ ਥੋੜ੍ਹਾ ਜਿਹਾ ਤਰੀਕਾ ਡਿਫਰੈਂਟ ਹੁੰਦਾ ਹੈ। ਉਹ ਮੈਂ ਐਕਸਪਲੇਨ ਨਹੀਂ ਕਰਨਾ, ਉਹ ਤੁਹਾਡੀ ਬੁੱਕ ਦੇ ਉੱਤੇ ਦਿੱਤਾ ਹੋਇਆ, ਤੁਸੀਂ ਵੈਸੇ ਸਟੱਡੀ ਕਰ ਲਓ। ਇਨ ਕੇਸ ਕੋਈ ਪ੍ਰੋਬਲਮ ਆਊਗੀ ਮੈਨੂੰ ਦੱਸ ਦਿਓ, ਮੈਂ ਤੁਹਾਨੂੰ ਸਮਝਾ ਦਿਆਂਗਾ। ਬਟ ਜੋ ਮੈਂ ਕੀਤਾ ਇੰਪਲੀਮੈਂਟ, ਮੈਂ ਸਿਰਫ ਪ੍ਰੀਫਿਕਸ ਕੀਤਾ। ਠੀਕ ਹੈ, ਹੁਣ ਆਪਾਂ ਇੰਪਲੀਮੈਂਟ ਕਰਾਂਗੇ ਪਲੱਸ ਨੂੰ। ਠੀਕ ਹੈ, ਜਿਵੇਂ ਮੈਂ ਪਲੱਸ ਨੂੰ ਇੰਪਲੀਮੈਂਟ ਕਰਦਾ, ਇਸੇ ਤਰ੍ਹਾਂ ਤੁਸੀਂ ਮਾਈਨਸ ਨੂੰ, ਮਲਟੀਪਲਾਈ, ਡਿਵਾਈਡ, ਇਹ ਜਿੰਨੇ ਬਾਈਨਰੀ ਆਪਰੇਟਰਸ ਹੈ ਤੁਸੀਂ ਇਹਨਾਂ ਨੂੰ ਜਿਹੜਾ ਹੈ ਇੰਪਲੀਮੈਂਟ ਕਰ ਸਕਦੇ ਹੋ। ਠੀਕ ਹੈ, ਹੁਣ ਆਪਾਂ ਕਰਦੇ ਇੰਪਲੀਮੈਂਟ। ਇਹਦੇ ਵਿੱਚ ਦੇਖੋ ਹੁਣ ਕੀ ਚੀਜ਼ ਹੈ। ਹੁਣ ਆਪਾਂ ਕਰਨਾ ਕੀ ਚਾਹੁੰਦੇ, ਆਹ ਕਰਨਾ ਚਾਹੁੰਦੇ ਹਾਂ, ਆਬਜੈਕਟ 3 ਇਜ਼ ਇਕੁਅਲ ਟੂ obj1 ਪਲੱਸ obj2। ਠੀਕ ਹੈ, ਅਸੀਂ ਮੇਨਲੀ ਆਹ ਕੰਮ ਕਰਨਾ ਚਾਹੁੰਦੇ। ਇਹਦੇ ਵਾਸਤੇ ਸਾਨੂੰ ਕੀ ਲੋੜ ਹੈ, ਹੁਣ ਓਵਰਲੋਡ ਆਪਾਂ ਕਿਹਨੂੰ ਕਰਾਂਗੇ, ਪਲੱਸ ਨੂੰ। ਇਹਦਾ ਮਤਲਬ ਅਸੀਂ ਆਪਰੇਟਰ ਇੱਕ ਫੰਕਸ਼ਨ ਲੈ ਲਿਆ। ਠੀਕ ਹੈ, ਬਾਕੀ ਤਾਂ ਸਾਰਾ ਸੇਮ ਹੀ ਹੈ, ਬਾਅਦ 'ਚ ਐਕਸਪਲੇਨ ਕਰ ਦਿੰਦਾ। ਪਲੱਸ ਨੂੰ ਅਸੀਂ ਇੱਥੇ ਲਿਖ ਲਿਆ। ਪਿਛਲੇ ਕੇਸ 'ਚ ਆਪਾਂ ਇੱਥੇ ਡਬਲ ਪਲੱਸ ਪਲੱਸ ਲਿਖਿਆ ਸੀ ਬਿਕੋਜ਼ ਵੀ ਆਰ ਓਵਰਲੋਡਿੰਗ ਦਾ ਇੰਕਰੀਮੈਂਟ ਫੰਕਸ਼ਨ। ਆਪਾਂ ਇੱਥੇ ਹੁਣ ਬਾਈਨਰੀ ਪਲੱਸ ਨੂੰ ਓਵਰਲੋਡ ਕਰ ਰਹੇ, ਇਸ ਕਰਕੇ ਇੱਥੇ ਸਿੰਪਲ ਆਪਾਂ ਪਲੱਸ ਲਿਖ ਲਿਆ। ਠੀਕ ਹੈ, ਹੁਣ ਇਹਦੇ ਵਿੱਚ ਕੀ ਹੈ, ਲਾਸਟ ਜਿਹੜੀ ਆਪਾਂ ਸਟੱਡੀ ਕੀਤਾ ਸੀ, ਅਸੀਂ ਕੀ ਸਟੱਡੀ ਕੀਤਾ ਸੀ ਕਿ ਅਗਰ ਤੁਸੀਂ ਪਲੱਸ ਪਲੱਸ obj ਲਿਖਦੇ ਹੋ, ਇਟ ਮੀਨਸ ਯੂ ਆਰ ਕਾਲਿੰਗ obj ਪਲੱਸ ਡਾਟ ਆਪਰੇਟਰ ਪਲੱਸ ਪਲੱਸ। ਅਤੇ ਇਸ ਆਪਰੇਟਰ ਨੂੰ ਕਿਉਂਕਿ ਆਬਜੈਕਟ ਨੇ ਕਾਲ ਕੀਤੀ ਹੈ, ਇਹਦਾ ਮਤਲਬ ਇੰਪਲੀਸਿਟਲੀ ਆਬਜੈਕਟ ਇਸ ਆਪਰੇਟਰ ਕੋਲ ਤਾਂ ਪਹੁੰਚ ਹੀ ਗਿਆ, ਇਸ ਕਰਕੇ ਸਾਨੂੰ ਕੋਈ ਪੈਰਾਮੀਟਰ ਪਾਸ ਕਰਨ ਦੀ ਲੋੜ ਨਹੀਂ ਪਈ। ਹੁਣ ਜਦੋਂ ਤੁਸੀਂ ਆਹ ਕੰਡੀਸ਼ਨ ਲਿਖੋਗੇ ਤਾਂ ਇਹਦਾ ਕੀ ਮਤਲਬ ਹੋਊਗਾ, obj1 ਡਾਟ ਆਪਰੇਟਰ ਪਲੱਸ, ਬਿਕੋਜ਼ ਹੁਣ obj1 ਨੇ ਆਪਰੇਟਰ ਨੂੰ ਕਾਲ ਕੀਤੀ ਹੈ, ਇਹਦੇ ਨਾਲ ਤੁਸੀਂ ਐਡ ਕੀ ਕਰਨਾ ਚਾਹੁੰਦੇ ਹੋ, ਆਬਜੈਕਟ 2 ਨੂੰ, ਅਤੇ ਉਹਨੂੰ ਤੁਹਾਨੂੰ ਇੱਥੇ ਪਾਸ ਕਰਨਾ ਪਊਗਾ। ਠੀਕ ਹੈ, ਸੋ ਇੰਟਰਨਲੀ ਦਿਸ ਵਿਲ ਕਾਲ obj1 ਡਾਟ ਆਪਰੇਟਰ ਪਲੱਸ obj2। ਹੁਣ obj2 ਕੀ ਹੈ, ਇਹ ਪਾਸ ਹੋਣਾ। ਸੋ obj2 ਇਜ਼ ਅ ਟਾਈਪ ਆਫ ਕਲਾਸ A, ਇਸ ਕਰਕੇ ਆਪਾਂ ਕਿੱਥੇ ਕੀ ਲਿਖਿਆ, ਟਾਈਪ A, ਅਤੇ ਰਿਸੀਵ ਕਿਹ 'ਚ ਹੋਊਗਾ O1 'ਚ। ਯਾਨੀ ਕਿ ਹੁਣ ਆਹ ਜਿਹੜੇ obj2 ਦੀ ਵੈਲਿਊ ਹੈ, ਇਹ ਕਿਹਦੇ ਵਿੱਚ ਜਿਹੜੀ ਹੈ ਕਾਪੀ ਹੋ ਜਾਣੀ, O1 'ਚ। ਠੀਕ ਹੈ, ਯਾਨੀ ਕਿ O1 ਜਿਹੜਾ ਹੈ ਹੁਣ ਰਿਫਲੈਕਟ ਕਿਹਨੂੰ ਕਰ ਰਿਹਾ, obj2 ਨੂੰ, ਜਿਹਨੂੰ ਆਪਾਂ ਕਹਿੰਦੇ ਹੈ ਪਾਸ ਬਾਏ ਵੈਲਿਊ। ਠੀਕ ਹੈ, ਸੋ obj2 ਦੀ ਵੈਲਿਊ ਜਿਹੜੀ ਕਾਪੀ ਕਿਹ 'ਚ ਹੋ ਜਾਣੀ O1 'ਚ। ਹੁਣ ਆਪਾਂ O1 ਦੇ ਵੇਰੀਏਬਲ ਦੇ ਵਿੱਚ ਐਡ ਕੀ ਕਰਨਾ ਹੈ, ਇੱਥੇ ਗਲਤ ਲਿਖ ਹੋ ਗਿਆ ਮੇਰੇ ਕੋਲ, ਵੈਨ ਨਹੀਂ ਲਿਖਣਾ, ਇੱਥੇ ਲਿਖਣਾ ਵੈਲ। ਠੀਕ ਹੈ, ਵੈਲ ਕਿਉਂ ਲਿਖਣਾ ਮੈਂ ਸਮਝਾਣਾ। ਹੁਣ obj1 ਨੇ ਕਾਲ ਕੀਤੀ, ਇਹਦਾ ਮਤਲਬ obj1 ਤਾਂ ਇੰਪਲੀਸਿਟਲੀ ਇਹਦੇ ਵਿੱਚ ਕਾਲ ਹੋ ਗਿਆ, ਆਟੋਮੈਟਿਕਲੀ ਕਾਲ ਹੋ ਗਿਆ, ਅਤੇ ਉਹਦੇ ਵੇਰੀਏਬਲ ਨੂੰ ਤਾਂ ਆਪਾਂ ਸਿੱਧਾ ਯੂਜ਼ ਕਰ ਸਕਦੇ। ਇਸ ਕਰਕੇ ਆਪਾਂ ਕੀ ਲਿਖਿਆ, ਸਿੰਪਲ ਵੈਲ। ਸੇ ਆਹ ਜਿਹੜਾ ਵੈਲ ਹੈ ਇਹ ਕਿਹਦਾ ਹੋਊਗਾ, obj1 ਦਾ, ਔਰ ਆਹ ਵਾਲੀ ਜਿਹੜੀ ਵੈਲਿਊ ਹੈ ਇਹ ਕਿਹਦੀ ਹੋਊਗੀ, obj2 ਦੀ। ਦੋਨਾਂ ਨੂੰ ਆਪਾਂ ਪਲੱਸ ਕਰਤਾ। ਹੁਣ ਉਹਦੀ ਵੈਲਿਊ ਆਪਾਂ ਪਾਣੀ ਹੈ, ਵੈਲਿਊ ਹੁਣ ਅਸੀਂ ਕਿਹ 'ਚ ਰਿਟਰਨ ਕਰਾਉਣੀ ਹੈ, obj3 ਦੇ ਵਿੱਚ। ਯਾਨੀ ਕਿ obj3 ਤੁਹਾਡੇ ਕੋਲ ਫਰਦਰ ਕੀ ਹੋ ਗਿਆ, ਇੱਕ ਆਬਜੈਕਟ। ਠੀਕ ਹੈ, ਸੋ ਇਸ ਲਈ ਆਪਾਂ ਨੂੰ ਇੱਥੇ ਕੀ ਲੈਣਾ ਪਿਆ, ਇਹਨਾਂ ਦੋਨਾਂ ਦੀ ਵੈਲਿਊਜ਼ ਨੂੰ ਫਰਦਰ ਕਿਸੇ ਆਬਜੈਕਟ ਦੀ ਵੈਲਿਊ 'ਚ ਪਾਉਣਾ ਪਿਆ। ਇਸ ਕਰਕੇ ਅਸੀਂ ਟੈਂਪਰੇਰੀ ਆਬਜੈਕਟ ਇੱਥੇ ਲੈ ਲਿਆ, A ਦਾ ਟੈਂਪਰੇਰੀ ਆਬਜੈਕਟ ਲੈ ਲਿਆ। ਉਸ ਟੈਂਪਰੇਰੀ ਆਬਜੈਕਟ ਦੇ ਵੈਲਿਊ ਦੇ ਵਿੱਚ ਜਿਹੜੀ ਹੈ ਆਹ ਦੋ ਵੈਲਿਊਜ਼ ਪਲੱਸ ਕਰਕੇ ਅਸੀਂ ਅਸਾਈਨ ਕਰ ਦਿੱਤੀਆਂ, ਅਤੇ ਇਸੇ ਜਿਹੜਾ ਟੈਂਪਰੇਰੀ ਆਬਜੈਕਟ ਹੈ ਇਹਨੂੰ ਰਿਟਰਨ ਕਰਤਾ। ਯਾਨੀ ਕਿ ਇਹਦੀ ਵੈਲਿਊ ਜਦੋਂ ਰਿਟਰਨ ਹੋਊਗੀ ਤਾਂ ਉਹ ਕਿਹਦੇ ਕੋਲ ਆ ਜਾਊਗੀ, ਕਿਹਦੇ ਵਿੱਚ ਕਾਪੀ ਹੋਊਗੀ, ਕਹਿ ਸਕਦੇ ਹੋ ਤੁਸੀਂ ਆਬਜੈਕਟ 3 ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਸ਼ੋਅ ਦਾ ਸਿੰਪਲ ਸ਼ੋਅ ਕਰਨਾ। ਹੁਣ ਦੇਖੋ ਪ੍ਰੋਗਰਾਮ ਰਨ ਕਿਵੇਂ ਹੋਣਾ। ਸਭ ਤੋਂ ਪਹਿਲਾਂ ਕਲਾਸ A, ਉਹਦਾ ਇੱਕ ਪ੍ਰਾਈਵੇਟ ਵੇਰੀਏਬਲ ਲੈ ਲਿਆ vel। ਠੀਕ ਹੈ, ਹੁਣ ਆਪਾਂ ਇੱਥੇ ਕੀ ਲਿਆ, ਪੈਰਾਮੀਟਰਾਈਜ਼ ਕੰਸਟਰਕਟਰ। ਹੁਣ ਆਪਾਂ ਸਿੰਪਲ ਕੰਸਟਰਕਟਰ ਨਹੀਂ ਲਿਆ, ਡਿਫੋਲਟ ਪਿਛਲੀ ਵਾਰ ਡਿਫੋਲਟ ਲਿਆ ਸੀ, ਹੁਣ ਆਪਾਂ ਲਿਆ ਪੈਰਾਮੀਟਰਾਈਜ਼ਡ ਕੰਸਟਰਕਟਰ। ਠੀਕ ਹੈ, ਯਾਨੀ ਕਿ ਆਪਾਂ ਇਹਨੂੰ ਪੈਰਾਮੀਟਰ ਪਾਸ ਕਰਾਂਗੇ। ਠੀਕ ਹੈ, ਜੋ ਵੀ ਪੈਰਾਮੀਟਰ ਪਾਸ ਕਰਾਂਗੇ ਉਹਦੀ ਵੈਲਿਊ vel ਨੂੰ ਅਸਾਈਨ ਹੋ ਜੂਗੀ। ਉਸ ਤੋਂ ਬਾਅਦ ਆਪਾਂ ਆਪਰੇਟਰ ਫੰਕਸ਼ਨ ਲਗਾ ਲਿਆ। ਇਹਦੀ ਰਿਟਰਨ ਟਾਈਪ A ਕਿਉਂ ਲਗਾਈ, ਬਿਕੋਜ਼ ਇਟ ਇਜ਼ ਰਿਟਰਨਿੰਗ ਅ ਆਬਜੈਕਟ। ਠੀਕ ਹੈ, ਤਾਂ ਉਹਦੀ ਆਪਾਂ ਨੂੰ ਟਾਈਪ ਲਿਖਣੀ ਪੈਂਦੀ, ਤਾਂ ਆਬਜੈਕਟ ਦੀ ਟਾਈਪ ਕੀ ਹੁੰਦੀ, ਕਲਾਸ, ਇਸ ਕਰਕੇ ਕਲਾਸ ਦਾ ਇੱਥੇ ਨਾਮ ਲਿਖਤਾ। ਠੀਕ ਹੈ, ਬਾਕੀ ਮੈਂ ਤੁਹਾਨੂੰ ਐਕਸਪਲੇਨ ਕਰਤਾ ਸਾਰਾ। ਸ਼ੋਅ ਦੇ ਵਿੱਚ ਕੀ ਹੈ, ਸਿੰਪਲ ਵੈਲ ਦੀ ਵੈਲਿਊ ਜਿਹੜੀ ਉਹ ਸ਼ੋਅ ਕਰ ਰਿਹਾ। ਹੁਣ ਦੇਖੋ ਹੋਊਗਾ ਕਿ ਪਹਿਲਾਂ ਕਲੀਅਰ ਸਕਰੀਨ, A ਦਾ ਆਬਜੈਕਟ 1 ਚੱਲਿਆ, ਆਬਜੈਕਟ 1 ਨੇ ਕੀ ਪਾਸ ਕੀਤਾ, ਪੈਰਾਮੀਟਰਾਈਜ਼ ਕੰਸਟਰਕਟਰ ਨੂੰ 10, ਯਾਨੀ ਕਿ obj1 ਦੇ ਵੈਲ ਨੂੰ ਕੀ ਵੈਲਿਊ ਮਿਲ ਗਈ, 10। ਹੁਣ obj2 20, ਯਾਨੀ ਕਿ obj2 ਦੇ ਵੈਲ ਨੂੰ ਕੀ ਵੈਲਿਊ ਮਿਲ ਗਈ, 20। ਹੁਣ ਆਪਾਂ ਆਬਜੈਕਟ 1 ਸ਼ੋਅ ਕੀਤਾ, ਆਬਜੈਕਟ 1 ਜਦੋਂ ਸ਼ੋਅ ਕੀਤਾ ਤਾਂ ਵੈਲਿਊ ਆਫ ਵੈਲ ਕੀ ਆਊਗੀ,
10 ਪ੍ਰਿੰਟ ਹੋ ਜੂਗੀ। ਜਦੋਂ ਆਬਜੈਕਟ 2 ਡਾਟ ਸ਼ੋ ਕੀਤਾ ਤਾਂ ਉਹਦੇ ਵੈਲ ਦੀ ਵੈਲਿਊ ਸ਼ੋ ਹੋ ਜੂਗੀ, ਤਾਂ ਉਹਦੇ ਵੈਲ ਦੀ ਵੈਲਿਊ ਕਿੰਨੀ ਹੈ 20, ਠੀਕ ਹੈ। ਉਸ ਤੋਂ ਬਾਅਦ ਆਪਾਂ ਪਲੱਸ ਕਰਕੇ ਪਾਸ ਕਰ ਦਿੱਤਾ। ਜਦੋਂ ਪਾਸ ਕਰ ਦਿੱਤਾ, ਮੈਂ ਤੁਹਾਨੂੰ ਐਕਸਪਲੇਨ ਕਰਤਾ ਕਿ OBJ1 ਦੀ ਵੈਲਿਊ ਤਾਂ ਇੰਪਲੀਸਿਟਲੀ ਚਲੀ ਜਾਣੀ, OBJ2 ਦੀ ਜਿਹੜੀ ਵੈਲਿਊ ਹੈ ਉਹ ਕਿਹਦੇ ਵਿੱਚ ਕਾਪੀ ਹੋ ਜੂਗੀ, ਇਹਦੇ ਵਿੱਚ O1 'ਚ, ਠੀਕ ਹੈ। O1 ਦੇ ਵੈਲ ਦੇ ਨਾਲ ਆਪਾਂ ਜਿਹੜਾ OBJ1 ਦਾ ਵੈਲ ਹੈ ਉਹ ਦੋਨੋਂ ਪਲੱਸ ਕਰ ਦੇਣੇ ਆ, ਅਤੇ ਟੈਂਪਰੇਰੀ ਆਬਜੈਕਟ ਦੇ ਵੈਲ ਦੇ ਵਿੱਚ ਵੈਲਿਊ ਆਪਾਂ ਕਾਪੀ ਕਰ ਲੈਣੀ ਆ ਔਰ ਉਸ ਆਬਜੈਕਟ ਨੂੰ ਰਿਟਰਨ ਕਰ ਲੈਣਾ, ਯਾਨੀ ਕਿ ਟੈਂਪ ਜਿਹੜਾ ਹੈ ਉਹ ਇੱਥੇ ਪਹੁੰਚ ਗਿਆ, ਠੀਕ ਹੈ। ਟੈਂਪ ਦੀ ਵੈਲਿਊ ਯਾਨੀ ਕਿ OBJ3 ਇਜ਼ ਇਕੁਅਲ ਟੂ ਕੀ ਹੋ ਗਿਆ, ਟੈਂਪ। ਇਹਦਾ ਮਤਲਬ OBJ3 ਦੇ ਵੈਲ ਦੀ ਵੈਲਿਊ ਕਿੰਨੀ ਹੋਗੀ, 30, ਠੀਕ ਹੈ। 10 + 20, ਇੱਥੇ 10, ਇੱਥੇ ਆ ਗਿਆ ਤੁਹਾਡਾ 10, ਇੱਥੇ ਆ ਗਿਆ ਤੁਹਾਡਾ 20, ਸੌਰੀ ਆਬਜੈਕਟ 2 ਸੀਗਾ ਨਾ, ਆਬਜੈਕਟ 2 ਦਾ ਸੀ 20, ਇਹਦਾ ਆ ਗਿਆ 20, ਇਹਦਾ ਆ ਗਿਆ 10, 10 + 20 ਆ ਗਿਆ 30, 30 ਨੂੰ ਅਸਾਈਨ ਹੋ ਗਿਆ। ਇਹਦਾ ਮਤਲਬ OBJ3 ਦੀ ਵੈਲਿਊ ਕਿੰਨੀ ਹੋ ਗਈ, 30। ਉਸ ਤੋਂ ਤੁਸੀਂ OBJ3 ਦੇ ਨਾਲ ਸ਼ੋ ਨੂੰ ਜਦੋਂ ਕਾਲ ਕਰੋਗੇ ਤਾਂ ਇੱਥੇ ਵੈਲਿਊ ਕਿੰਨੀ ਸ਼ੋ ਹੋਊਗੀ, 30। ਤੁਹਾਡੀ ਆਊਟਪੁੱਟ 'ਚ ਸਿਰਫ ਆਹ ਚੀਜ਼ਾਂ ਆਉਣਗੀਆਂ, 10, 20 ਅਤੇ 30, ਠੀਕ ਹੈ। ਹੁਣ ਇਹ ਸੀਗਾ ਤੁਹਾਡਾ ਯੂਨਰੀ ਆਪਰੇਟਰ ਨੂੰ ਆਪਾਂ ਓਵਰਲੋਡ ਕੀਤਾ ਅਤੇ ਬਾਈਨਰੀ ਨੂੰ ਕਿੱਦਾਂ ਓਵਰਲੋਡ ਕੀਤਾ। ਹੁਣ ਤੀਸਰਾ ਕੰਸੈਪਟ ਹੁੰਦਾ ਤੁਹਾਡਾ ਫੰਕਸ਼ਨ, ਫਰੈਂਡ ਫੰਕਸ਼ਨ ਦੇ ਨਾਲ, ਠੀਕ ਹੈ। ਤੀਸਰਾ ਜਿਹੜਾ ਹੁੰਦਾ ਹੈ ਉਹ ਹੁੰਦਾ ਤੁਹਾਡਾ ਫਰੈਂਡ ਫੰਕਸ਼ਨ ਦੇ ਨਾਲ, ਕਿ ਤੁਸੀਂ ਫਰੈਂਡ ਫੰਕਸ਼ਨ ਨੂੰ ਯੂਜ਼ ਕਰਕੇ ਵੀ ਆਪਰੇਟਰ ਓਵਰਲੋਡ ਕਰ ਸਕਦੇ ਹੋ। ਫਰੈਂਡ ਫੰਕਸ਼ਨ 'ਚ ਹੁਣ ਡਿਫਰੈਂਸ ਕੀ ਹੈ, ਆਪਾਂ ਕੀ ਪੜ੍ਹਿਆ ਸੀ ਕਿ ਫਰੈਂਡ ਫੰਕਸ਼ਨਸ ਆਰ ਨਾਟ ਅ ਮੈਂਬਰ ਆਫ ਕਲਾਸ। ਫਰੈਂਡ ਫੰਕਸ਼ਨਸ ਜਿਹੜੇ ਹੁੰਦੇ ਕਲਾਸ ਦੇ ਮੈਂਬਰਸ ਨਹੀਂ ਹੁੰਦੇ, ਠੀਕ ਹੈ। ਇਟ ਮੀਨਸ ਜਿਹੜਾ ਆਪਾਂ ਇੱਕ ਇੰਪਲੀਸਿਟ ਵਰਡ ਯੂਜ਼ ਕਰ ਰਹੇ ਹਾਂ ਕਿ ਇੰਪਲੀਸਿਟਲੀ ਜਦੋਂ ਤੁਸੀਂ ਕਰੋਗੇ ++ OBJ ਯੂਨਰੀ ਦੇ ਕੇਸ 'ਚ, ਤਾਂ ਤੁਸੀਂ ਕੀ ਕਾਲ ਕਰ ਰਹੇ ਹੋ, ਇਹ ਆਬਜੈਕਟ ਦੀ ਵੈਲਿਊ ਇੰਪਲੀਸਿਟ ਪਾਸ ਹੋ ਜਾਂਦੀ ਹੈ। ਬਟ ਅਗਰ ਤੁਸੀਂ ਫਰੈਂਡ ਫੰਕਸ਼ਨਸ ਨੂੰ ਯੂਜ਼ ਕਰੋਗੇ ਤਾਂ ਉਸ ਕੇਸ 'ਚ ਇੰਪਲੀਸਿਟ ਤਾਂ ਕੁਛ ਪਾਸ ਹੋਣਾ ਹੀ ਨਹੀਂ, ਯਾਨੀ ਕਿ ਸਾਨੂੰ ਐਕਸਪਲੀਸਿਟਲੀ ਆਬਜੈਕਟ ਨੂੰ ਪਾਸ ਕਰਨਾ ਪੈਣਾ। ਯਾਨੀ ਕਿ ਤੁਸੀਂ ਕਹੋ ਕਿ ਯੂਨਰੀ ਆਪਰੇਟਰ ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਸਾਨੂੰ ਇੱਕ ਜਿਹੜਾ ਵੈਲਿਊ ਹੈ ਉਹ ਸਾਨੂੰ ਪਾਸ ਕਰਨੀ ਪੈਣੀ ਹੈ। ਔਰ ਅਗਰ ਆਪਾਂ ਬਾਈਨਰੀ ਦੀ ਗੱਲ ਕਰਦੇ ਹਾਂ, ਠੀਕ ਹੈ, ਅਗਰ ਆਪਾਂ ਬਾਈਨਰੀ ਦੀ ਗੱਲ ਕਰਦੇ ਉਹ 'ਚ ਆਪਾਂ ਲਿਖਦੇ ਹਾਂ ਆਬਜੈਕਟ 1 + ਆਬਜੈਕਟ 2, ਅਤੇ ਅਸੀਂ ਪਾਸ ਕਿਹੜਾ ਵੇਰੀਏਬਲ ਕਰਦੇ ਸੀ, ਇੱਕੋ ਹੀ ਆਬਜੈਕਟ ਪਾਸ ਕਰਦੇ ਸੀ। ਆਹ ਇੰਪਲੀਸਿਟਲੀ ਜਾਂਦਾ ਸੀ ਬਿਕੋਜ਼ ਹੁਣ ਆਪਾਂ ਫਰੈਂਡ ਫੰਕਸ਼ਨ ਦੀ ਗੱਲ ਕਰ ਰਹੇ ਹਾਂ ਔਰ ਫਰੈਂਡ ਫੰਕਸ਼ਨ ਮੈਂਬਰ ਨਹੀਂ ਹੁੰਦਾ, ਇਸ ਕਰਕੇ ਇੰਪਲੀਸਿਟ ਤਾਂ ਕੋਈ ਵੈਲਿਊ ਜਾਣੀ ਨਹੀਂ। ਇਹਦਾ ਤਾਂ ਸਾਨੂੰ ਦੋਨੋਂ ਵੈਲਿਊਜ਼ ਕੀ ਕਰਨੀ, ਪਾਸ ਕਰਨੀ ਪੈਣੀਆਂ ਐਕਸਪਲੀਸਿਟਲੀ। ਹੁਣ ਇਹਦੇ ਡਿਫਰੈਂਸ ਨੂੰ ਐਕਸਪਲੇਨ ਕਰਨ ਲਈ ਮੈਂ ਤੁਹਾਨੂੰ ਇੱਥੇ ਨਾਲ ਦੀ ਨਾਲ ਇੱਕ ਪ੍ਰੋਗਰਾਮ ਬਣਾ ਕੇ ਦਿਖਾ ਦਿੰਦਾ। ਹੁਣ ਜਿਹੜਾ ਆਹ ਵਾਲਾ ਪ੍ਰੋਗਰਾਮ ਬਣਿਆ ਹੋਇਆ ਇਹ ਤੁਹਾਡਾ ਸਿੰਪਲ ਬਣਿਆ ਹੋਇਆ ਮੈਂਬਰ ਆਪਰੇਟਰ ਦੇ ਨਾਲ। ਕਾਹਦੇ ਨਾਲ ਬਣਿਆ, ਮੈਂਬਰ ਆਪਰੇਟਰ ਦੇ ਨਾਲ। ਮੈਂ ਇਸੇ ਨੂੰ ਫਰੈਂਡ ਦੇ ਵਿੱਚ ਕਨਵਰਟ ਕਰਕੇ ਤੁਹਾਨੂੰ ਦਿਖਾ ਦਿੰਦਾ ਕਿ ਫਰੈਂਡ ਦੇ ਵਿੱਚ ਕੀ ਫਰਕ ਪਊਗਾ, ਠੀਕ ਹੈ। ਸੋ ਆਪਾਂ ਉਹਨੂੰ ਹੁਣ ਕਰਕੇ ਦੇਖਦੇ ਹਾਂ। ਇੱਥੇ ਹੀ ਮੈਂ ਇਸੇ ਸਲਾਈਡ ਨੂੰ ਮੋਡੀਫਾਈ ਕਰ ਰਿਹਾ, ਠੀਕ ਹੈ। ਮੈਂ ਕੋਡ ਐਜ਼ ਇਟ ਇਜ਼ ਕਾਪੀ ਕਰ ਲਿਆ, ਸਿਰਫ ਜੋ ਚੇਂਜਿਸ ਹੋਣਗੀਆਂ ਮੈਂ ਚੇਂਜਿਸ ਕਰਕੇ ਤੁਹਾਨੂੰ ਦਿਖਾ ਦਿੰਦਾ। फ़र्क की पैना, सिर्फ इस फंक्शन पे पैना, इस फंक्शन की, क्योंकि फ्रेंड फंक्शन है। पहली गल तो ये डेफिनेशन जी अंदर नहीं होनी, सो ये मतलब ये जी डेफिनेशन कितने चली जाऊगी, बाहर, ठीक है। पहली गल तो की होगी वो डेफिनेशन बाहर, क्योंकि वो हुण क्लास का पार्ट नहीं रहा, इस करके वो डेफिनेशन बाहर हो गई। दूसरा, बिकॉज ये फ्रेंड फंक्शन है, यदा मतलब सानू इनू ये अंदर दसना पऊगा कि यदा फ्रेंड कौन है। सो आप इत्थे कर रहे हैं फ्रेंड, ठीक है। फ्रेंड कौन है, वॉइड ऑपरेटर प्लस प्लस, बिकॉज हुण ये फ्रेंड फंक्शन है, यदा मतलब इनू तुहानू ऑब्जेक्ट भी पास करना पैना, तो आप करने ए, ठीक है। ए दी जिहड़ी है एक वैल्यू आप पास कर रहे हैं, ए दा ऑब्जेक्ट इनू पास करांगे, ठीक है। सो इत्थे जिहड़ा है असी इहदा नाम यानी कि रैफरेंस ही पास कर देंगे ताकि जी ओरिजिनल वैल्यू अपडेट हो सके, अदरवाइज ओरिजिनल वैल्यू अपडेट नहीं होनी, ठीक है। सो प्लस प्लस किया इत्थे, ठीक है। हुण इनू तुसी क्योंकि इत्थे आ रिसीव कर रहे हैं वैल्यू, यानी कि आप इत्थे डिस्कस डिक्लेयर करता, हुण आप इत्थे की करना, रिसीव ए दा असी एक O1 जिहड़ा है रिसीव कर लैंदे हैं, ठीक है। तो असी O1 दी वैल्यू नू सिर्फ प्लस कर रहे हैं, O1 दी वैल्यू नू आपां प्लस कर रहे हैं, ठीक है। बाकी ये कोई चेंज नहीं आनी, एज इट इज़ ही रहूगा यह प्रोग्राम, ठीक है। बाकी सारा सेम, कोई फर्क नहीं पैना ये, ठीक है। हुण मैनू तुहानू
ਹੁਣ ਦੁਬਾਰਾ ਇਹਨੂੰ ਮੈਂ ਐਕਸਪਲੇਨ ਕਰ ਦਿੰਦਾ ਤੁਹਾਨੂੰ। ਦੇਖੋ ਫਰਕ ਕੀ ਪਿਆ, ਆਪਾਂ ਕੀ ਗੱਲ ਕੀਤੀ ਸੀ ਕਿ ਅਸੀਂ ਕੀ ਪੜ੍ਹਿਆ ਕਿ ਯੂਨਰੀ ਆਪਰੇਟਰ ਦੇ ਵਿੱਚ ਤੁਹਾਨੂੰ ਇੱਕ ਵੈਲਿਊ ਐਕਸਪਲਿਸਿਟਲੀ ਪਾਸ ਕਰਨੀ ਪੈਣੀ। ਸੋ ਇਹਦਾ ਮਤਲਬ ਜਦੋਂ ਇੱਥੇ ਆਹ ਕਾਲ ਹੋਈ, ਠੀਕ ਹੈ, ਤੇ ਇਹਦੇ ਵਿੱਚ ਕੀ ਹੋਇਆ, ਤੁਸੀਂ ਕਾਲ ਕੀਤਾ ਸਿੰਪਲ ਆਪਰੇਟਰ ਪਲੱਸ ਪਲੱਸ, ਉਹਨੂੰ ਆਪਾਂ ਵੈਲਿਊ ਕੀ ਪਾਸ ਕੀਤੀ, ਆਬਜੈਕਟ। ਜਦ ਕਿ ਜਦੋਂ ਇੱਥੇ ਕਾਲ ਹੋਈ ਸੀ ਤੇ ਇੱਥੇ ਇਹਦੀ ਕਾਲ ਇੰਪਲੀਸਿਟਲੀ ਇਸ ਤਰ੍ਹਾਂ ਹੋਈ ਸੀ, ਆਬਜੈਕਟ ਡਾਟ ਆਪਰੇਟਰ ਪਲੱਸ ਪਲੱਸ। ਕਾਲ 'ਚ ਫਰਕ ਹੈ। ਹੁਣ ਇੱਥੇ ਆਬਜੈਕਟ ਦੇ ਨਾਲ ਆਪਰੇਟਰ ਨੂੰ ਕਾਲ ਕੀਤੀ ਬਿਕੋਜ਼ ਇਟ ਇਜ਼ ਅ ਮੈਂਬਰ ਫੰਕਸ਼ਨ, ਇੱਥੇ ਬਿਕੋਜ਼ ਇਟ ਇਜ਼ ਅ ਫੰਕਸ਼ਨ ਫਰੈਂਡ ਫੰਕਸ਼ਨ ਵੀ ਆਰ ਡਾਇਰੈਕਟਲੀ ਕਾਲਿੰਗ ਦ ਆਪਰੇਟਰ ਫੰਕਸ਼ਨ ਬਟ ਵੀ ਆਰ ਪਾਸਿੰਗ ਆਬਜੈਕਟ ਐਜ਼ ਆਰਗੂਮੈਂਟ। ਠੀਕ ਹੈ, ਹੁਣ ਇਸ ਆਬਜੈਕਟ ਦੀ ਜਿਹੜੀ ਵੈਲਿਊ ਹੈ ਉਹ ਕਿੱਥੇ ਚਲੀ ਗਈ, ਇਸ O1 ਦੇ ਵਿੱਚ। O1 ਦੀ ਵੈਲਿਊ ਨੂੰ ਆਪਾਂ ਇੱਕ ਵਾਰੀ ਇੰਕਰੀਮੈਂਟ ਕਰ ਦਿੱਤਾ, ਤੇ ਜਦੋਂ ਦੁਬਾਰਾ ਇਹਨੂੰ ਸ਼ੋਅ ਕਰਾਂਗੇ ਆਬਜੈਕਟ 1 ਦੇ ਸ਼ੋਅ ਦੇ ਨਾਲ, ਤੇ ਤੁਹਾਡੀ ਇੰਕਰੀਮੈਂਟਡ ਵੈਲਿਊ ਆ ਜਾਊਗੀ। ਬਾਕੀ ਐਗਜ਼ੀਕਿਊਸ਼ਨ ਸੇਮ ਰਹਿਣੀ ਆ। ਫਰਕ ਹੀ ਪਿਆ ਸਿਰਫ ਇੱਥੇ ਕਿ ਇਹਦੀ ਜਿਹੜੀ ਡੈਫੀਨੇਸ਼ਨ ਹੈ ਇੱਕ ਤਾਂ ਉਹ ਬਾਹਰ ਆ ਗਈ, ਇੱਥੇ ਡੈਫੀਨੇਸ਼ਨ ਅੰਦਰ ਸੀ। ਠੀਕ ਹੈ, ਬਾਹਰ ਕਿਉਂ ਆਈ, ਬਿਕੋਜ਼ ਇਟ ਇਜ਼ ਅ ਫਰੈਂਡ ਆਫ ਦ ਕਲਾਸ, ਔਰ ਇਹਦੇ ਵਿੱਚ ਆਪਾਂ ਨੂੰ ਇੱਕ ਆਰਗੂਮੈਂਟ ਪਾਸ ਕਰਨਾ ਪਿਆ। ਠੀਕ ਹੈ, ਆਹ ਵਾਲਾ ਇੱਕ ਆਰਗੂਮੈਂਟ ਆਪਾਂ ਨੂੰ ਇੱਥੇ ਪਾਸ ਕਰਨਾ ਪਿਆ, ਜਦ ਕਿ ਜਦੋਂ ਅਸੀਂ ਇਹਨੂੰ ਐਜ਼ ਅ ਮੈਂਬਰ ਗਿਣਿਆ ਸੀ ਉਦੋਂ ਸਾਨੂੰ ਇਹਨੂੰ ਜਿਹੜਾ ਆਰਗੂਮੈਂਟ ਉਹ ਪਾਸ ਨਹੀਂ ਕਰਨਾ ਪਿਆ ਸੀ। ਠੀਕ ਹੈ, ਇਹ ਹੋ ਗਿਆ ਤੁਹਾਡਾ ਯੂਨਰੀ ਦੇ ਵਿੱਚ। ਹੁਣ ਤੁਸੀਂ ਯਾਦ ਕੀ ਰੱਖਣਾ ਕਿ ਅਗਰ ਤੁਸੀਂ ਫਰੈਂਡ ਫੰਕਸ਼ਨ ਦੇ ਨਾਲ ਆਪਰੇਟਰ ਓਵਰਲੋਡਿੰਗ ਕਰਦੇ ਹੋ ਦੈਨ ਯੂ ਹੈਵ ਟੂ ਡਿਕਲੇਅਰ ਦ ਆਪਰੇਟਰ ਫੰਕਸ਼ਨ ਐਜ਼ ਫਰੈਂਡ ਆਫ ਦੈਟ ਕਲਾਸ। ਠੀਕ ਹੈ, ਟੇਕਿੰਗ ਆਰਗੂਮੈਂਟ ਸੇਮ ਐਜ਼ ਦੈਟ ਆਫ ਕਲਾਸ, ਕਿਉਂਕਿ ਉਸੇ ਇਹ ਤਾਂ ਵੈਸੇ ਵੀ ਆਪਾਂ ਫਰੈਂਡ ਫੰਕਸ਼ਨ 'ਚ ਵੀ ਰੂਲ ਪੜ੍ਹਿਆ ਸੀ ਕਿ ਇੱਥੋਂ ਹੀ ਪਤਾ ਲੱਗਦਾ ਕਿ ਆਹ ਇਹਦਾ ਫਰੈਂਡ ਹੈ, ਕਿ ਅਗਰ ਇਹਨੂੰ ਤੁਸੀਂ ਸੇਮ ਟਾਈਪ ਦੀ ਵੈਲਿਊ ਜਿਹੜੀ ਪਾਸ ਕਰੋਗੇ ਤਾਂ ਹੀ ਪਤਾ ਲੱਗਦਾ ਕਿ ਇਹ ਫਰੈਂਡ ਹੈ। ਠੀਕ ਹੈ, ਉਸ ਤੋਂ ਬਾਅਦ ਤੁਹਾਨੂੰ ਇਸ ਫਰੈਂਡ ਆਪਰੇਟਰ ਨੂੰ ਬਾਹਰ ਜਿਹੜਾ ਹੈ ਤੁਹਾਨੂੰ ਇਹਨੂੰ ਜਦੋਂ ਆਪਾਂ ਬਾਹਰ ਐਕਸਪਲੇਨ ਕਰਦੇ ਹਾਂ ਤੇ ਆਪਾਂ ਫਰੈਂਡ ਵਰਡ ਨਹੀਂ ਲਗਾਉਂਦੇ, ਵੋਇਡ ਆਪਰੇਟਰ ਤੁਹਾਨੂੰ ਇਸ ਫੰਕਸ਼ਨ ਨੂੰ ਬਾਹਰ ਜਿਹੜਾ ਹੈ ਡਿਫਾਈਨ ਕਰਨਾ ਪੈਣਾ। ਠੀਕ ਹੈ, ਇਹ ਇਹਦਾ ਸਿੰਪਲ ਜਿਹਾ ਸਿੰਟੈਕਸ ਬਣ ਜਾਊਗਾ। ਸੋ ਮੇਨਲੀ ਤੁਸੀਂ ਕੀ ਯਾਦ ਰੱਖਣਾ ਪੈਂਦਾ ਕਿ ਇਨ ਕੇਸ ਆਫ if you are using operator as a member function you need not to pass any argument in case of unary operator and one argument in case of binary operator, but if you are using friend function then in case of unary operator you have to pass one argument, in case of binary you have to pass two arguments। ਹੁਣ ਇਸੇ ਤਰ੍ਹਾਂ ਆਪਾਂ ਜਿਹੜਾ ਬਾਈਨਰੀ ਦਾ ਵੀ ਦੇਖ ਲੈਂਦੇ ਹਾਂ ਪ੍ਰੋਗਰਾਮ ਸਿੰਪਲ ਜਿਹਾ। ਮੈਂ ਇਹਨੂੰ ਆਹ ਤੁਹਾਡਾ ਬਾਈਨਰੀ ਦਾ ਓਰੀਜਨਲ ਸੀਗਾ, ਮੈਂ ਇਹਨੂੰ ਸਿਰਫ ਕਨਵਰਟ ਕਰ ਰਿਹਾ ਫਰੈਂਡ ਦੇ ਕੇਸ 'ਚ। ਹੁਣ ਫਰੈਂਡ ਦੇ ਕੇਸ 'ਚ ਕੀ ਆਊਗਾ, ਪਹਿਲੀ ਗੱਲ ਤਾਂ ਆਹ ਚੀਜ਼ ਬਾਹਰ, ਠੀਕ ਹੈ, ਆਹ ਵਾਲੀ ਚੀਜ਼ ਬਾਹਰ ਆ ਗਈ। ਉਸ ਤੋਂ ਬਾਅਦ ਦੂਸਰਾ ਕੀ ਹੈ ਕਿ ਇਹਨੂੰ ਆਪਾਂ ਨੂੰ ਫਰੈਂਡ ਅੰਦਰ ਡਿਕਲੇਅਰ ਕਰਨਾ ਪੈਣਾ, ਤੇ ਅਸੀਂ ਇਹਨੂੰ ਅੰਦਰ ਫਰੈਂਡ ਡਿਕਲੇਅਰ ਕਰ ਦਿੰਦੇ ਹਾਂ। ਇੱਥੇ ਆਪਾਂ ਇਹਨੂੰ ਫਰੈਂਡ ਡਿਕਲੇਅਰ ਕਰ ਦੇਵਾਂਗੇ, ਫਰੈਂਡ। ਠੀਕ ਹੈ, ਇਹ ਰਿਟਰਨ ਕਰੂਗਾ ਆਪਰੇਟਰ। ਅਸੀਂ ਇੱਥੇ ਜਿਹੜਾ ਹੈ A ਦਾ O1 ਕੌਮਾ A ਦਾ O2। ਠੀਕ ਹੈ, ਇਹ ਆਪਾਂ ਡਿਕਲੇਅਰ ਕਰ ਦਿੱਤਾ ਸਿੰਪਲ ਫਰੈਂਡ। ਇਹਨੂੰ ਬਾਅਦ ਜਦੋਂ ਆਪਾਂ ਡਿਫਾਈਨ ਕੀਤਾ ਆਪਰੇਟਰ ਪਲੱਸ ਲਿਖਣਾ ਸੀ, ਇੱਥੇ ਆਪਰੇਟਰ ਪਲੱਸ ਲਿਖਣਾ ਸੀ। ਠੀਕ ਹੈ, ਉਸ ਤੋਂ ਬਾਅਦ ਇੱਥੇ ਦਾ O1, ਕਿਉਂਕਿ ਆਪਾਂ ਨੂੰ ਹੁਣ ਦੋ ਵੇਰੀਏਬਲਸ ਪਾਸ ਕਰਨੇ ਪੈਣੇ ਕਿਉਂਕਿ ਬਾਈਨਰੀ ਹੈ, ਇਸ ਕਰਕੇ A02। ਠੀਕ ਹੈ, ਬਾਕੀ ਸਾਰਾ ਸੇਮ ਰਹਿਣਾ, ਇੱਥੇ O1 ਪਲੱਸ ਹੁਣ ਇੱਥੇ O2 ਦੀ ਵੈਲਿਊ। ਠੀਕ ਹੈ, ਬਾਕੀ ਰਿਟਰਨ ਟਾਈਮ ਹੋ ਜਾਣਾ, ਬਾਕੀ ਸਾਰਾ ਸੇਮ, ਕੋਈ ਫਰਕ ਨਹੀਂ ਪੈਣਾ ਇਹਦੇ ਵਿੱਚ। ਹੁਣ ਆਪਾਂ ਇਹਨੂੰ ਦੇਖ ਲੈਂਦੇ ਹਾਂ। ਦੇਖੋ ਡਿਫਰੈਂਸ ਕਿੱਥੇ ਕਿੱਥੇ ਆ। ਪਹਿਲੀ ਗੱਲ ਤਾਂ ਆਹ ਜਿਹੜੀ ਡੈਫੀਨੇਸ਼ਨ ਹੈ ਇਹ ਬਾਹਰ ਚਲੀ ਗਈ। ਠੀਕ ਹੈ, ਦੂਸਰਾ ਆਹ ਵਾਲਾ ਫੰਕਸ਼ਨ ਜਿਹੜਾ ਹੈ ਇੱਥੇ ਆਪਾਂ ਫਰੈਂਡ ਡਿਕਲੇਅਰ ਕਰ ਦਿੱਤਾ। ਤੀਸਰਾ ਇੱਥੇ ਆਬਜੈਕਟ 1 ਪਾਸ ਕੀਤਾ ਸੀ, ਇੱਥੇ ਆਪਾਂ ਨੂੰ ਕਿੰਨੇ ਪਾਸ ਕਰਨੇ ਪਏ, 2। ਠੀਕ ਹੈ, ਇੱਥੇ ਕੌਮਾ ਇਹ, ਇੱਥੇ ਆਪਾਂ ਨੂੰ 2 ਪਾਸ ਕਰਨੇ ਪਏ। ਹੁਣ ਇਹਦਾ ਮਤਲਬ ਜਦੋਂ ਕਾਲ ਹੋਣੀ ਹੈ ਤੇ ਕਾਲ ਕੀ ਹੋਊਗੀ, ਆਪਰੇਟਰ ਪਲੱਸ ਇਹਨੂੰ 2 ਵੈਲਿਊਜ਼ ਪਾਸ ਹੋਣੀਆਂ। ਆਬਜੈਕਟ 1 ਪਹਿਲਾਂ ਪਾਸ ਹੋ ਜਾਣਾ, ਫਿਰ ਕੌਮਾ ਆਉਣਾ, ਆਬਜੈਕਟ 2 ਪਾਸ ਹੋ ਜਾਣਾ। ਯਾਨੀ ਕਿ ਆਬਜੈਕਟ 1 ਦੀ ਵੈਲਿਊ ਜਿਹੜੀ ਹੈ ਉਹ ਹੁਣ O1 'ਚ ਜਾਊਗੀ ਅਤੇ O2 'ਚ ਕਿਹੜੀ ਜਾਊਗੀ, ਆਬਜੈਕਟ 2 ਦੀ ਵੈਲਿਊ। ਜਦ ਕਿ ਇਸ ਕੇਸ 'ਚ ਕੀ ਹੋਇਆ ਸੀ, ਆਬਜੈਕਟ 1 ਦੀ ਵੈਲਿਊ ਇੰਪਲੀਸਿਟ ਗਈ ਸੀ ਅਤੇ ਆਬਜੈਕਟ 2 ਦੀ ਵੈਲਿਊ ਜਿਹੜੀ ਸੀ ਉਹ ਇੱਥੇ ਕਾਪੀ ਹੋਈ ਸੀ। ਠੀਕ ਹੈ, ਅਤੇ
ਇੱਥੇ ਆਪਾਂ ਵੈਲ ਲਿਖਣਾ ਸੀ, ਠੀਕ ਹੈ। ਜਿਹੜਾ ਇਹ ਵੈਲ ਸੀਗਾ ਇਹ ਆਟੋਮੈਟਿਕਲੀ ਇੰਪਲੀਸਿਟ ਸੀ ਕਿ ਇਹਦਾ ਆਬਜੈਕਟ 1 ਦਾ, ਇੰਨਾ ਫਰਕ ਪਿਆ। ਬਾਕੀ ਕਾਲਿੰਗ 'ਚ ਕੋਈ ਫਰਕ ਨਹੀਂ ਪੈਣਾ, ਐਗਜ਼ੀਕਿਊਸ਼ਨ 'ਚ ਕੋਈ ਫਰਕ ਨਹੀਂ ਪੈਣਾ, ਆਊਟਪੁੱਟ 'ਚ ਕੋਈ ਫਰਕ ਨਹੀਂ ਪੈਣਾ। ਸਿਰਫ ਉਹਨੂੰ ਤੁਸੀਂ ਡਿਕਲੇਅਰ ਕਿਵੇਂ ਕਰਦੇ ਹੋ ਅਤੇ ਡਿਫਾਈਨ ਕਿਵੇਂ ਕਰਦੇ ਹੋ ਉਹਦੇ ਵਿੱਚ ਫਰਕ ਪੈਂਦਾ, ਠੀਕ ਹੈ। ਹਾਂਜੀ, ਤੁਸੀਂ ਇੱਕ ਵਾਰੀ ਹੁਣ ਡਾਊਟ ਪੁੱਛ ਲਓ ਅਗਰ ਤੁਹਾਡਾ ਕੋਈ ਹੈ, ਅਗਰ ਨਹੀਂ ਹੈ ਤਾਂ ਫਿਰ ਆਪਾਂ ਇਹਨੂੰ ਐਗਜ਼ੀਕਿਊਟ ਕਰਕੇ ਵੀ ਮੈਂ ਤੁਹਾਨੂੰ ਦਿਖਾ ਦਿੰਦਾ। ਨਹੀਂ ਐਗਜ਼ੀਕਿਊਟ ਕਰਕੇ ਬੇਟਾ ਦਿਖਾ ਦਾਂ ਜਾਂ ਐਗਜ਼ੀਕਿਊਟ ਕਰ ਲੈਂਦੇ ਤੁਸੀਂ ਖੁਦ ਪ੍ਰੋਗਰਾਮ? ਸਰ ਦਿਖਾ ਦਿਓ। ठीक है बेटा, एक मिनट। U1 UM कर देंगे, UF ये शॉर्टकट होंदा है प्रोग्राम रन करन दा। अगर तुहाडे कोल ऑलरेडी टाइप है तो देख लो ये माड़ा मोटा। UF हो गया, ये आप सिर्फ नाम रख रहे फिलहाल, फाइल से नाम रख रहे। UF मतलब यूनरी फ्रेंड फंक्शन, UM मतलब यूनरी विद मैंबर फंक्शन। हुण आपां बाइनरी विद मैंबर फंक्शन एज अ मैंबर फंक्शन करना ते बाइनरी एज फ्रेंड फंक्शन करना, ठीक है। हुण मैं सिर्फ कोड कॉपी करांगा। आ यूनरी दा हैगा सिंपल मैंबर दा, इहनूं मैं कॉपी कर लैना। यूनरी दे मैंबर फंक्शन दे विच मैं इस कोड नूं पेस्ट कर दिंदा, ठीक है। इहनूं सेव कर दित्ता सिंपल। इत्थे एक साडी गलती सीगी शायद बाइनरी च, ठीक है, इह च सही है। उस तो बाद फ्रेंड फंक्शन दे विच आ यूनरी दा फ्रेंड फंक्शन है, इनू मैं इत्थे पेस्ट कर देना, सेव। अगर कोई गलती हुई सानू पता भी लग जाना, ठीक है। सिंटैक्स एरर हो सकती है। उस तो बाद आपां इनू इत्थे ये हुण बाइनरी दा है, बाइनरी दा मैंबर फंक्शन इहदे विच पेस्ट कर देना मैं। इत्थे वैल आना सी, आ गलती सी साडी, ठीक है। उस तो बाद आ तुहाडा फ्रेंड दा है, आप फ्रेंड दे विच पेस्ट कर देना इहनूं। इहदे विच ठीक सी, ठीक है। ये सेव हो गया। हुण साडे सारे फंक्शन सेव हो गए। हुण आपां सिंपली C++ नूं जिहड़ा है रन करना, ठीक है। इहनूं मैं वड्डा कर देना, ठीक है। इत्थों आपां बंद कर देना। हुण आपां की करना, सिंपल जिहड़े फंक्शन आपां प्रोग्राम बनाए सिर्फ उन्हां नूं ओपन कर रहे हैं। इत्थे जाके इस फोल्डर के अंदर पहला मैं यूनरी का मैंबर फंक्शन दिखा देना। मैं हुण प्रोग्राम एक्सप्लेन नहीं करना, मैं सिंपल ही रन करके दिखा रहा तुहानूं, क्योंकि आपां उही चीज़ सेम नहीं करनी बार बार। तो सॉरी, मैं हुण सिर्फ इनू तुहानूं रन करके दिखा रहा, ठीक है। Alt F9, एक एरर आ गया, देख लेते की एरर है। IOStream ओके, CPP करना सी, सेव एज। ये हुण प्रॉब्लम की आ रही बिकॉज कि आपां इनू एज .c दे नाल सेव करता सी, इनू CPP कर लैंदे आ। एक मिनट, इत्थों नहीं चेंज होनी, इधर चेंज। ਇਹਦੀ ਐਰਰ ਦੇਖ ਲਓ ਬਿਕॉज ਕਿ ਉਹਦੇ ਜਿਹੜੀ ਮੈਂ ਕਾਪੀ ਕੀਤੀ ਫਾਈਲ ਐਕਚੁਅਲ ਜੋ C ਦੀ ਸੀਗੀ, ਇੱਥੇ .c ਹੈ, ਇਹਦਾ ਆ ਰਹੀ ਐਕਸਟੈਂਸ਼ਨ, ਇਸ ਕਰਕੇ ਪ੍ਰੋਬਲਮ ਆ ਰਹੀ। ਸੇਵ ਐਜ਼ ਤੁਸੀਂ ਕਰੋਗੇ ਇਹਨੂੰ UMCPP, ਠੀਕ ਹੈ। ਹੁਣ ਮੈਂ ਇਹਨੂੰ ਸਿੰਪਲ ਰਨ ਕਰ ਰਿਹਾ, 8 ਐਰਰ ਆ ਗਏ। ਇਨਵਰਟਡ ਕੌਮਾਸ ਜਿਹੜੇ ਹੈ ਤੁਹਾਡੇ ਸਹੀ ਨਹੀਂ ਆਏ, ਉੱਥੋਂ ਕਾਪੀ ਹੋ ਕੇ ਇਸ ਕਰਕੇ ਐਰਰ ਆਇਆ ਇਹ।
कोई एरर नहीं है, आप रन कर रहे हैं, ठीक है। इनिशियल वैल्यू ऑफ वेरीएबल वैल इज इक्वल टू पहली वैल्यू जी 0 आ गई, दैन वैल्यू ऑफ वेरीएबल वैल इज इक्वल टू 1 आ गया, सिंपल, ठीक है। ये आप रन कर दिता हूँ यूनरी तो विद मैंबर फंक्शन, ठीक है। हम आप कर रहे हैं दूसरे वाला, इनू पहला आपको सेव एज करना पैना CPP UF, ठीक है, ओके CPP। हम इनू मैं देख लेना, ये 8 है, सेम वही प्रॉब्लम, ठीक है। इन्वर्टेड कॉमर्स की प्रॉब्लम है ये, ठीक है, कोई एरर नहीं, आप रन करते हैं। आउटपुट कोई फर्क नहीं आना, आउटपुट सेम ही रहूगी, फर्क ये है सिर्फ कोडिंग का कि तुम फ्रेंड फंक्शन यूज़ कर रहे हो या तुसी मैंबर फंक्शन यूज़ कर रहे हो। हम आप बाइनरी वाले में यूज़ करके देख लें, पहले इन्हू सेव एज करना पैना, बाइनरी मैंबर फंक्शन एरर 6, सेम वही प्रॉब्लम है, ठीक है, डबल कोट्स दी, रिटर्न टेम्प एरर आ गया, एक मिनट, ऑब्जेक्ट 3 अनडिफाइंड सिंबल ऑब्जेक्ट 3, ओके सॉरी, इत्थे आप डिक्लेयर नहीं किया ऑब्जेक्ट 3 में, इस करके प्रॉब्लम है। उस तो बाद की आ रहा है ए दा ऑपरेटर, ए ऑपरेटर प्लस ए दा ऑब्जेक्ट 1 ए दा टेम्प वैल्यू टेम्प कैनॉट फाइंड अ मैच फॉर ए दा ए, ओ सॉरी, ये प्रॉब्लम देखो इस करके आ रही बिकॉज ਆਪਾਂ ਕੀ ਕਿਹਾ ਸੀ, ਇਹ ਜਦੋਂ ਵੀ ਤੁਹਾਡਾ ਕੰਪਾਈਲਰ ਰਨ ਹੁੰਦਾ ਹੈ ਤੇ ਜਿਹੜਾ ਕੰਸਟਰਕਟਰ ਹੁੰਦਾ ਉਹ ਤੁਹਾਡਾ ਆਟੋਮੈਟਿਕਲੀ ਉਹ ਕ੍ਰੀਏਟ ਕਰ ਦਿੰਦਾ। ਇਨ ਕੇਸ ਅਗਰ ਤੁਸੀਂ ਕੰਸਟਰਕਟਰ ਨਹੀਂ ਬਣਾਉਂਦੇ ਫਿਰ ਉਹ ਕ੍ਰੀਏਟ ਕਰਦਾ, ਅਗਰ ਤੁਸੀਂ ਕੰਸਟਰਕਟਰ ਬਣਾਇਆ ਹੋਇਆ ਫਿਰ ਉਹਨੂੰ ਹੀ ਕੰਸੀਡਰ ਕਰਦਾ। ਬਿਕੋਜ਼ ਆਪਾਂ ਇੱਥੇ ਕੰਸਟਰਕਟਰ ਡਿਫਾਲਟ ਤੇ ਬਣਾ ਦਿੱਤਾ, ਬਿਕੋਜ਼ ਆਪਾਂ ਡਿਫਾਲਟ ਕੰਸਟਰਕਟਰ ਤੇ ਬਣਾ ਦਿੱਤਾ, पर ਜਦੋਂ ਵੀ ਆਪਾਂ A ਦਾ ਟੈਂਪ ਕਾਲ ਕਰ ਰਹੇ ਹਾਂ ਉਦੋਂ ਵੀ ਡਿਫਾਲਟ ਕੰਸਟਰਕਟਰ ਕਾਲ ਹੁੰਦਾ ਪਿਆ, ਤੇ ਜਦੋਂ ਵੀ ਆਪਾਂ ਆਬਜੈਕਟ ਦਾ ਡਿਫਾਲਟ ਕੰਸਟਰਕਟਰ ਕਾਲ ਕਰ ਰਹੇ ਹਾਂ, ਆਬਜੈਕਟ 3 ਦੇ ਉੱਤੇ ਡਿਫਾਲਟ ਕੰਸਟਰਕਟਰ ਕਾਲ ਕਰ ਰਹੇ ਹਾਂ ਉਦੋਂ ਵੀ ਐਰਰ ਦਿੰਦਾ ਪਿਆ। ਬਿਕੋਜ਼ ਕਿਉਂਕਿ ਅਸੀਂ ਖੁਦ ਇੱਕ ਪੈਰਾਮੀਟਰਾਈਜ਼ ਦਿੱਤਾ ਹੈ, ਡਿਕਲੇਅਰ ਕਰ ਦਿੱਤਾ ਹੈ, ਤੇ ਇਹਦਾ ਮਤਲਬ ਸਾਨੂੰ ਡਿਫਾਲਟ ਵੀ ਖੁਦ ਹੀ ਹੁਣ ਡਿਕਲੇਅਰ ਕਰਨਾ ਪੈਣਾ, ਇਸ ਕਰਕੇ ਸਿਰਫ ਐਰਰ ਆ ਰਿਹਾ ਸੀ ਇਹਦਾ। ਹੁਣ ਆਪਾਂ ਇਹਨੂੰ ਰਨ ਕਰ ਲੈਂਦੇ ਹਾਂ, ਆਊਟਪੁੱਟ ਸੇਮ ਆਣੀ, ਵੈਲਿਊ ਜਿਹੜੀ ਪਹਿਲੀ ਵਾਰ 10 ਆਣੀ ਦੂਸਰੀ ਵਾਰ 20 ਆਣੀ, तीसरी टाइम प्लस होके जी है 30 आऊगी, ठीक है। हम जो लास्ट है वो भी मैं दिखा देना तुहानू, ओपन फ्रेंड फंक्शन, पहला अपन इन्हू सेव करना पैना, सेव एज BF, ठीक है। इत्थे हुण सेम वही एरर आऊगा, इस करके आप पहले ही कर देंगे हैं डिफॉल्ट कंस्ट्रक्टर वैल इज इक्वल टू 0, ऑब्जेक्ट 3 डिक्लेयर नहीं किया होया, सिंपल OBJ3 लिख दिता आप, ठीक है। आउटपुट जी सेम होगी।